ਭੂਰਿਆਂ ਵਾਲੇ ਰਾਜੇ ਕੀਤੇ ਭਾਗ 47। ਜਸਪਤ ਰਾਏ ਦਾ ਸਿੰਘਾਂ ਮਗਰ ਪੈਣਾ ਤੇ ਉਹਨਾਂ ਹੱਥੋਂ ਕਤਲ ਹੋਣਾ ਅਤੇ ਲਖਪਤ ਰਾਏ ਨੇ ਸਿੰਘਾਂ ਦੇ ਪੂਰਨ ਵਿਨਾਸ਼ ਦੀ ਕਸਮ ਖਾਧੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲਖਪਤ ਰਾਏ ਤੇ ਜਸਪਤ ਰਾਏ ਦੋਵੇਂ ਸਕੇ ਭਰਾ ਸਨ। ਜਸਪਤ ਰਾਏ ਛੋਟਾ ਸੀ। ਜਦ ਜ਼ਕਰੀਆ ਖਾਨ 1726 ਈਸਵੀ ਵਿੱਚ ਲਾਹੌਰ ਦਾ ਸੂਬੇਦਾਰ ਬਣਿਆ ਤਾਂ ਉਸਨੇ ਜਸਪਤ ਰਾਏ ਨੂੰ ਜਲੰਧਰ ਦੁਆਬ ਦੀ ਫੌਜਦਾਰੀ ਤੋਂ ਹਟਾ ਕੇ ਐਮਨਾਬਾਦ ਦਾ ਫੌਜਦਾਰ ਬਣਾ ਦਿੱਤਾ ਸੀ ਤੇ ਇਸ ਦੀ ਥਾਂ ਅਦੀਨਾ ਬੇਗ ਨੂੰ ਜਲੰਧਰ ਦਾ ਫੌਜਦਾਰ। ਉਨੀ ਦਿਨੀ ਜਸਪਤ ਰਾਏ ਆਪਣੇ ਇਲਾਕੇ ਦੇ ਦੌਰੇ ਤੇ ਪਿੰਡ ਖੁਖਰਾਨ ਲਾਗੇ ਉਤਰਿਆ ਹੋਇਆ ਸੀ। ਖੁਖਰਾਨ ਪਿੰਡ ਵਿੱਚ ਬੈਠੇ ਜਸਪਤ ਰਾਏ ਨੂੰ ਗੋਂਦਰਾਂ ਵਾਲੇ ਪਿੰਡ ਦੇ ਇੱਕ ਵਸਨੀਕ ਨੇ ਖਬਰ ਦਿੱਤੀ ਕਿ ਸਿੰਘਾਂ ਦਾ ਇੱਕ ਤਕੜਾ ਜਥਾ ਇਸ ਪਾਸੇ ਆਇਆ ਹੋਇਆ ਹੈ ਤੇ ਖੁਖਰਾਨ ਤੇ ਗੋਂਦਰਾਂ ਵਾਲੇ ਪਿੰਡਾਂ ਦੇ ਚਰਦੇ ਇਜੜਾਂ ਚੋਂ ਬੱਕਰੇ ਹਿੱਕ ਕੇ ਲੈ ਗਿਆ ਹੈ। ਇਸ ਵੇਲੇ ਰੋੜੀ ਸਾਹਿਬ ਲਾਗੇ ਬੈਠਾ ਬੱਕਰੇ ਭੁੰਨ ਛਕ ਰਿਹਾ ਹੈ। ਕਾਫੀ ਬੱਕਰੇ ਉਹਨਾਂ ਦੇ ਪਾਸ ਸਾਡੇ ਫੜੇ ਹੋਏ ਹਨ। ਜਸਪਤ ਰਾਏ ਨੇ ਆਪਣੇ ਕੁਝ ਸਵਾਰ ਇਹ ਹੁਕਮ ਦੇ ਕੇ ਭਜਾਏ ਕਿ ਬੱਕਰੇ ਖੋਹ ਲਏ ਜਾਣ ਤੇ ਉਹਨਾਂ ਨੂੰ ਮਾਰ ਕੇ ਉਥੋਂ ਉਠਾ ਦਿੱਤਾ ਜਾਵੇ। ਇਹ ਦਸਤਾ ਜਦ ਰੋੜੀ ਸਾਹਿਬ ਵਿਖੇ ਪੁੱਜਾ ਤਾਂ ਸਿੰਘਾਂ ਦੇ ਗਲ ਤਾਂ ਨਾ ਪਿਆ, ਪਰ ਇਸ ਦੇ ਮੁਖੀ ਨੇ ਸਿੰਘਾਂ ਨੂੰ ਕਿਹਾ ਕਿ ਭਲਾ ਇਸੇ ਵਿੱਚ ਹੈ ਕਿ ਫੜੇ ਹੋਏ ਬੱਕਰੇ ਤੁਰੰਤ ਵਾਪਸ ਕਰ ਦਿਓ ਤੇ ਨਾਲ ਹੀ ਡੇਰਾ ਡੰਡਾ ਚੁੱਕੋ ਤੇ ਚੱਲਦੇ ਬਣੋ। ਫੌਜਦਾਰ ਸਾਹਿਬ ਦਾ ਇਹ ਹੁਕਮ ਹੈ। ਸਿੰਘਾਂ ਨੇ ਉੱਤਰ ਦਿੱਤਾ ਕਿ ਬੱਕਰੇ ਜਿੱਥੇ ਤੁਹਾਨੂੰ ਦਿਸਦੇ ਹਨ ਬੇਸ਼ੱਕ ਫੜ ਲਓ, ਸਾਨੂੰ ਕੋਈ ਉਜ਼ਰ ਨਹੀਂ। ਦੀਵਾਨ ਸਾਹਿਬ ਨੂੰ ਜਾ ਕੇ ਕਹਿ ਦਿਓ ਕਿ ਅਸੀਂ ਕਈ ਦਿਨਾਂ ਦੇ ਕੜਾਕੇ ਤੇ ਹਾਂ, ਭਾਵ ਲੰਗਰ ਛਕੇ ਨੂੰ ਕਈ ਦਿਨ ਹੋ ਗਏ ਹਨ, ਫਾਕੇ ਵਿੱਚ ਹਾਂ ਅਤੇ ਲੰਗਰ ਛਕ ਕੇ ਚਲੇ ਜਾਵਾਂਗੇ। ਅਸੀਂ ਉਸ ਦੇ ਇਲਾਕੇ ਵਿੱਚ ਕੋਈ ਲੁੱਟ-ਮਾਰ ਨਹੀਂ ਕੀਤੀ ਤੇ ਨਾ ਸਾਡਾ ਕੋਈ ਇਰਾਦਾ ਹੀ ਹੈ। ਸਾਡੇ ਵੱਲੋਂ ਭਰੋਸਾ ਰੱਖੋ, ਇੱਥੇ ਰਾਤ ਹੀ ਕੱਟਣੀ ਹੈ, ਸਵੇਰੇ ਅਸਾਂ ਆਪਣੇ ਆਪ ਹੀ ਚਾਲੇ ਪਾ ਜਾਣੇ ਹਨ। ਜਸਪਤ ਰਾਏ ਨੂੰ ਜਾ ਕੇ ਜਦ ਇਹ ਉੱਤਰ ਦੱਸਿਆ ਗਿਆ ਤਾਂ ਉਹ ਗੁੱਸੇ ਨਾਲ ਭਰਿਆ ਪੀਤਾ ਗਿਆ ਤੇ ਆਪਣੇ ਸਵਾਰ ਲੈ ਕੇ ਖੁਦ ਰੋੜੀ ਸਾਹਿਬ ਵੱਲ ਚੜ੍ਹ ਆਇਆ। ਆਉਂਦਿਆਂ ਹੀ ਸਿੰਘਾਂ ਨੂੰ ਬੁਰਾ ਭਲਾ ਆਖਣ ਤੇ ਗਾਲੀ ਦੇਣ ਲੱਗਾ। ਸਿੰਘਾਂ ਧੀਰਜ ਨਾਲ ਉੱਤਰ ਦਿੱਤਾ ਕਿ ਫੌਜਾਂ ਨੇ 3 ਦਿਨਾਂ ਤੋਂ ਕੁਝ ਛਕਿਆ ਨਹੀਂ, ਲੰਗਰ ਹੀ ਤਿਆਰ ਕਰਕੇ ਛਕਣ ਲਈ ਅਟਕੇ ਹਾਂ। ਰਾਤ ਦੀ ਰਾਤ ਇੱਥੇ ਹਾਂ, ਤੜਕਸਾਰ ਕੂਚ ਕਰ ਜਾਣਾ ਹੈ। ਖਾਤਰ ਜਮ੍ਹਾਂ ਕਰੋ, ਤੁਹਾਡੇ ਜਾਂ ਇਲਾਕੇ ਨੂੰ ਕੁਝ ਨਹੀਂ ਕਹਿੰਦੇ। ਉਸ ਨੂੰ ਆਪਣੀ ਤਾਕਤ ਦਾ ਨਸ਼ਾ ਕੜਕ ਕੇ ਬੋਲਿਆ, ਤੁਸੀਂ ਲੰਗਰ ਛਕਣ ਦੀ ਤੇ ਰਾਤ ਟਿਕਣ ਦੀ ਗੱਲ ਕਰਦੇ ਹੋ। ਮੈਂ ਤੁਹਾਡੀ ਇੱਥੇ ਸ਼ਕਲ ਨਹੀਂ ਵੇਖਣਾ ਚਾਹੁੰਦਾ, ਬੋਟੀ ਕਰਕੇ ਉਡਾ ਦਿਆਂਗਾ। ਬਹੁਤ ਬੁਰਾ ਤੇ ਅਜੋਗ ਸਲੂਕ ਤੁਹਾਡੇ ਨਾਲ ਹੋਵੇਗਾ। ਉੱਠੋ ਤੇ ਤੁਰੋ ਇਸੇ ਪਲ। ਕੀ ਸਮਝੀ ਬੈਠੇ ਹੋ ਆਪਣੇ ਆਪ ਨੂੰ? ਸਿੰਘ ਨਹੀਂ ਉੱਠੇ। ਜਸਪਤ ਨੇ ਫਿਰ ਗਾਲੀਆਂ ਬਕਣੀਆਂ ਸ਼ੁਰੂ ਕਰ ਦਿੱਤੀਆਂ। ਸਰਦਾਰ ਚੜ੍ਹਤ ਸਿੰਘ ਨੇ ਅੱਗੋਂ ਆਖਿਆ ਕਿ ਰਾੜਾ ਕਿਉਂ ਮੌਤ ਨੂੰ ਆਵਾਜ਼ਾਂ ਮਾਰਦਾ? ਜਿਹੜੇ ਸਿੰਘ ਹਿੰਦੂ ਧਰਮ ਦੀ ਰੱਖਿਆ ਖਾਤਰ ਸਿਰ ਤਲੀ ਤੇ ਰੱਖੀ ਫਿਰਦੇ ਹਨ, ਤੂੰ ਉਹਨਾਂ ਨੂੰ ਹੀ ਬੁਰਾ ਭਲਾ ਕਹਿੰਦਾ ਹੈ। ਸਾਡੇ ਲੰਗਰ ਛਕਣ ਤੋਂ ਵੀ ਆਤਰ ਹੈ। ਅਸੀਂ ਤੈਨੂੰ ਭਰਾ ਸਮਝ ਕੇ ਤੇਰੇ ਨਾਲ ਲੜਨਾ ਨਹੀਂ ਚਾਹੁੰਦੇ ਤੇ ਤੂੰ ਉਲਟੀ ਹੈਂਕੜ ਵਿਖਾਉਣਾ। ਜਾਪਦਾ ਤੂੰ ਦਾਖੂ ਦਾਣਾ ਲੈ ਕੇ ਹੀ ਰਹੇਂਗਾ। ਸਲਾਮਤੀ ਚਾਹੁੰਨਾ ਤੇ ਮੁੜ ਜਾ ਉਧਰ ਜਿੱਧਰੋਂ ਆਇਆ। ਮੁਗਲ ਸਰਕਾਰ ਦੇ ਫੌਜਦਾਰ ਨੂੰ ਕੋਈ ਅੱਗੋਂ ਇੰਜ ਬੋਲੇ, ਕਿਸੇ ਦੀ ਕੀ ਜੁਰਤ। ਜਸਪਤ ਰਾਏ ਨੇ ਇੱਕਦਮ ਹਮਲਾ ਕਰਨ ਦਾ ਹੁਕਮ ਦੇ ਦਿੱਤਾ। ਸਿੰਘ ਲੜਨਾ ਨਹੀਂ ਸਨ ਚਾਹੁੰਦੇ, ਪਰ ਮਜਬੂਰੀ ਦੀ ਹਾਲਤ ਵਿੱਚ ਤੇਗਾਂ ਲੈ ਕੇ ਗਲ ਚੜ੍ਹਦਿਆਂ ਨੂੰ ਪਰਾਂ ਝਾੜ ਕੇ ਉੱਠ ਤੁਰੇ। ਜਸਪਤ ਰਾਏ ਹੱਲੇ ਤੇ ਹੱਲਾ ਕਰਾਈ ਜਾਵੇ। ਸਿੰਘ ਬਦੋ ਬਦੀ ਗਲ ਪਈ ਲੜਾਈ ਲੜਦੇ ਜਾਂਦੇ ਤੇ ਨਾਲ ਪਿੱਛੇ ਹਟਦੇ ਜਾਂਦੇ। ਅੰਤ ਦੋਵਾਂ ਧਿਰਾਂ ਲੜਦੇ ਭਿੜਦੇ ਬੱਦੋ ਕੀ ਗੁਸਾਈ ਮਨੋਹਰ ਦਾਸ ਦੀ ਝਿੜੀ ਕੋਲ ਪਹੁੰਚ ਗਏ। ਜਸਪਤ ਰਾਏ ਹਾਥੀ ਉੱਤੇ ਬੈਠਾ ਆਪਣੀਆਂ ਧਾੜਾਂ ਨੂੰ ਲਲਕਾਰ ਰਿਹਾ ਸੀ ਕਿ ਸਿੱਖ ਬਚ ਕੇ ਨਾ ਨਿਕਲ ਜਾਣ। ਖੂਬ ਹੱਲਾਸ਼ੇਰੀ ਦੇ ਰਿਹਾ ਸੀ, ਪਰ ਉਹ ਕਰਾੜ ਸਰਦਾਰ ਨਿਬਾਹੂ ਸਿੰਘ ਰੰਗਰੇਟਾ ਦੀ ਨਿਗਾਹ ਪੈ ਗਿਆ। ਨਿਬਾਹੂ ਸਿੰਘ ਸ਼ੇਰ ਵਾਂਗ ਭਬਕ ਕੇ ਵੈਰੀ ਤੇ ਪਿਆ। ਹਾਥੀ ਦੀ ਪੂਛਲ ਫੜ ਕੇ ਹੌਦੇ ਪਾਸ ਪਹੁੰਚ ਕੇ ਤੇਗ ਦਾ ਐਸਾ ਹੱਥ ਮਾਰਿਆ ਕਿ ਜਸਪਤ ਰਾਏ ਦਾ ਸਿਰ ਕਣਕ ਸਿੱਟੇ ਸਮਾਨ ਡੂੰਘ ਸੁੱਟਿਆ।
ਧੜ ਥੱਲੇ ਆ ਪਿਆ। ਦੀਵਾਨ ਦੇ ਸ਼ਸਤਰ, ਜੇਵਰ ਤੇ ਹੋਰ ਕੀਮਤੀ ਮਾਲ ਮੱਤਾ ਜੋ ਹੌਦੇ ਵਿੱਚ ਸੀ ਥੱਲੇ ਸੁੱਟ ਦਿੱਤਾ ਅਤੇ ਫੌਜਦਾਰ ਦਾ ਸਿਰ ਨੇਜੇ ਤੇ ਟੰਗ ਕੇ ਸਿੰਘਾਂ ਪਾਸ ਲੈ ਆਇਆ। ਫੌਜਦਾਰ ਦੇ ਮਰਨ ਦੀ ਖਬਰ ਫੌਜ ਵਿੱਚ ਅੱਗ ਵਾਂਗ ਫੈਲ ਗਈ। ਖਾਲੀ ਹੌਦਾ ਵੇਖ ਕੇ ਸਭਨਾਂ ਦੇ ਦਿਲ ਟੁੱਟ ਗਏ। ਸਭ ਗਾਂਢਵੀਆਂ ਧਾੜਾਂ ਤੇ ਤਨਖਾਹਦਾਰ ਸਿਪਾਹੀਆਂ ਭੱਜਦਿਆਂ ਪਿੱਛੇ ਭੌਂ ਕੇ ਨਹੀਂ ਵੇਖਿਆ। ਜਿਹੜੇ ਪਲ ਕੋ ਪਹਿਲਾਂ ਨਾਅਰੇ ਮਾਰਦੇ ਤੇ ਮਾਰ ਲਓ ਫੜ ਲਓ ਦਾ ਰੌਲਾ ਪਾਉਂਦੇ, ਵੱਧ ਕੇ ਵਾਰ ਕਰਦੇ ਸਨ। ਲੋਥਾਂ ਤਾਂ ਕੀ ਚੁੱਕਣੀਆਂ ਸਨ, ਸਹਿਕਦੇ ਵੀ ਛੱਡ ਕੇ ਹਨੇਰੀ ਅੱਗੇ ਸੁੱਕੇ ਪੱਤਿਆਂ ਵਾਂਗ ਕਿਧਰੇ ਉੱਡ ਪੁੱਡ ਗਏ। ਬਾਬਾ ਕਿਰਪਾ ਰਾਮ ਜਸਪਤ ਰਾਏ ਦਾ ਗੁਰੂ ਨੇ ਸਿੰਘਾਂ ਨੂੰ 500 ਰੁਪਏ ਭੇਟ ਕਰਕੇ ਜਸਪਤ ਦਾ ਸਿਰ ਲੈ ਲਿਆ ਤੇ ਉੱਥੇ ਹੀ ਸੰਸਕਾਰ ਕਰ ਦਿੱਤਾ। ਇਹ ਜਗ੍ਹਾ ਬੱਦੋ ਕੀ ਗੋਸਾਈਆਂ ਮਨੋਹਰ ਦਾਸ ਦੀ ਝਿੜੀ ਵਿਖੇ ਸੀ। ਲਖਪਤ ਨੇ ਪਿੱਛੋਂ ਇੱਥੇ ਭਰਾ ਦੀ ਸਮਾਧ ਬਣਾਈ ਤੇ ਲਾਗੇ ਖੂਹੀ ਲਗਵਾਈ। ਦੋਵੇਂ ਬਣੀਆਂ ਹੋਈਆਂ ਚੀਜ਼ਾਂ ਅੱਜ ਤੱਕ ਮੌਜੂਦ ਹਨ। ਹਾਂ, ਝਿੜੀ ਵਾਲਾ ਜੰਗਲ ਦੁਆਲਿਓਂ ਸਾਫ਼ ਹੋ ਚੁੱਕਿਆ ਹੈ ਤੇ ਜ਼ਮੀਨ ਵਾਹੀ ਬੀਜੀ ਹੇਠ ਆ ਚੁੱਕੀ ਹੈ। ਇਹ ਘਟਨਾ ਫਰਵਰੀ ਮਾਰਚ 1746 ਈਸਵੀ ਫੱਗਣ 1802 ਬਿਕਰਮੀ ਦੀ ਹੈ। ਸਿੰਘ ਜਸਪਤ ਰਾਏ ਨੂੰ ਮਾਰ ਕੇ ਐਮਨਾਬਾਦ ਜੋ ਫੌਜਦਾਰ ਦਾ ਸਦਰ ਮੁਕਾਮ ਸੀ ਉੱਤੇ ਜਾ ਪਏ ਤੇ ਸ਼ਹਿਰ ਨੂੰ ਲੁੱਟ-ਪੁੱਟ ਕੇ ਮੁੜ ਰਾਵੀ ਦਰਿਆ ਦੇ ਝੱਲਾਂ ਵਿੱਚ ਲੋਪ ਹੋ ਗਏ। ਲਖਪਤ ਰਾਏ ਨੇ ਸਿੱਖਾਂ ਦੇ ਪੂਰਨ ਵਿਨਾਸ਼ ਦੀ ਕਸਮ ਖਾਧੀ। ਲਖਪਤ ਰਾਏ ਤੇ ਜਸਪਤ ਰਾਏ ਦੋਵੇਂ ਭਰਾ ਕਲਾਨੌਰ ਦੇ ਖੱਤਰੀ ਬੱਚੇ ਸਨ। ਛੋਟੀ ਉਮਰ ਵਿੱਚ ਹੀ ਇਹਨਾਂ ਦਾ ਬਾਪ ਮਰ ਗਿਆ ਸੀ ਤੇ ਵਿਧਵਾ ਮਾਂ ਦਿਨ ਕੱਟੀ ਲਈ ਭਰਾਵਾਂ ਪਾਸ ਲਾਹੌਰ ਆਣ ਟਿਕੀ। ਲਖਪਤ ਰਾਏ ਨੂੰ ਉਸ ਦੀ ਮਾਂ ਘੁੰਗਣੀਆਂ ਦਾ ਛਾਬਾ ਬਣਾ ਦਿੰਦੀ ਤੇ ਉਹ ਬਾਜ਼ਾਰ ਵਿੱਚ ਤੁਰ ਫਿਰ ਕੇ ਵੇਚ ਆਉਂਦਾ ਤੇ ਪੇਟ ਚਟਾਈ ਹੋਈ ਜਾਂਦੀ। ਦਸ਼ਮੇਸ਼ ਜੀ ਦੱਖਣ ਨੂੰ ਜਾਂਦੇ ਹੋਏ ਜਦ ਪੁਸ਼ਕਰ ਰਾਜਸਥਾਨ ਪਹੁੰਚੇ ਤਾਂ ਸੁਣ ਕੇ ਬਾਬਾ ਪਿਰਥੀ ਜੀ ਦਰਸ਼ਨਾਂ ਨੂੰ ਆਏ। ਰਜ ਸੇਵਾ ਕੀਤੀ। ਕਲਗੀਧਰ ਅੱਗੇ ਨੂੰ ਪਿਆਨਾ ਕਰਨ ਲੱਗੇ ਤਾਂ ਬਾਬਾ ਜੀ ਨੇ ਸੇਵਾ ਲਈ ਹੁਕਮ ਦੀ ਜਾਚਨਾ ਕੀਤੀ। ਸਤਿਗੁਰ ਜੀ ਨੇ ਪ੍ਰਸੰਨ ਹੋ ਕੇ ਫਰਮਾਇਆ ਕਿ ਤੁਸੀਂ ਪੰਜਾਬ ਨੂੰ ਵਾਪਸ ਜਾਓ, ਸਿੱਖੀ ਦਾ ਪ੍ਰਚਾਰ ਕਰੋ ਤੇ ਲੰਗਰ ਚਲਾਓ। ਵਾਪਸ ਆ ਕੇ ਪੰਜਾਬ ਵਿੱਚ ਪ੍ਰਚਾਰ ਹਿੱਤ ਵਿਚਰਦੇ ਹੋਏ ਭਾਈ ਪਿਰਥੀ ਜੀ ਲਾਹੌਰ ਪਾਸ ਪਿੰਡ ਮੁਜੰਗੀ ਪਹੁੰਚੇ ਤਾਂ ਇੱਕ ਜਗ੍ਹਾ ਇੱਕ ਛੋਟੀ ਉਮਰ ਦਾ ਬਾਲਕ ਘੁੰਗਣੀਆਂ ਵੇਚਦਿਆਂ ਵੇਖਿਆ। ਇਹ ਲਖਪਤ ਰਾਏ ਸੀ। ਆਪ ਨੇ ਸਹਿਜ ਸੁਭਾਏ ਕਿਹਾ ਕਿ ਕਿਉਂ ਭਾਈ ਸੰਤਾਂ ਨੂੰ ਘੁੰਗਣੀਆਂ ਛਕਾਏਗਾ। ਲਖਪਤ ਰਾਏ ਨੇ ਬੜੀ ਉਦਾਰਤਾ ਨਾਲ ਛਾਬਾ ਅੱਗੇ ਕਰਕੇ ਕਿਹਾ, ਇਹ ਸਭ ਤੁਹਾਡਾ ਹੀ ਦਿੱਤਾ ਹੈ, ਮਨ ਭਾਉਂਦੀਆਂ ਛਕੋ, ਘਰ ਵਾਲੇ ਗੁੱਸੇ ਨਾ ਹੋਣਗੇ। ਬਾਬਾ ਪਿਰਥੀ ਜੀ ਨੇ ਕਿਹਾ। ਲਖਪਤ ਰਾਏ ਬੋਲਿਆ, ਸੰਤਾਂ ਦੀ ਸੇਵਾ ਕਰਦਿਆਂ ਜੇ ਕੋਈ ਕੁਝ ਕਹੇਗਾ ਤਾਂ ਮੈਂ ਸਿਰ ਝੱਲ ਲਵਾਂਗਾ, ਸੌਦਾ ਮਹਿੰਗਾ ਨਹੀਂ। ਆਪ ਜੀ ਨੇ ਮੁੱਠ ਕੋ ਘੁੰਗਣੀਆਂ ਲੈਂਦਿਆਂ ਕਿਹਾ, ਤੂੰ ਭਾਈ ਬੜਾ ਸਿਆਣਾ ਤੇ ਦਲੇਰ ਹੈ, ਦੀਵਾਨ ਬਣੇਗਾ। ਬਾਬਾ ਪਿਰਥੀ ਜੀ ਦੀ ਪੇਸ਼ਨਗੋਈ ਵਰਦਾਨ ਸਾਬਤ ਹੋਈ। ਲਖਪਤ ਰਾਏ ਤੇ ਜਸਪਤ ਰਾਏ ਦੋਵੇਂ ਭਰਾ ਬੜੀ ਤੀਖਣ ਬੁੱਧੀ, ਸੋਹਣੀਆਂ ਸ਼ਕਲਾਂ ਤੇ ਕੱਦ ਕਾਠ ਵਾਲੇ ਸਨ। ਤਰੱਕੀ ਕਰਦੇ ਕਰਦੇ ਉੱਚੀਆਂ ਮਰਾਤਬਿਆਂ ਤੇ ਪਹੁੰਚ ਗਏ। ਜ਼ਕਰੀਆ ਖਾਨ ਸੂਬੇਦਾਰ ਲਾਹੌਰ ਦੇ ਸਮੇਂ ਲਖਪਤ ਰਾਏ ਦੀਵਾਨ ਬਣਿਆ ਤੇ ਜਸਪਤ ਰਾਏ ਪਹਿਲਾ ਜਲੰਧਰ ਦਾ ਫੌਜਦਾਰ ਤੇ ਫਿਰ ਐਮਨਾਬਾਦ ਦਾ ਫੌਜਦਾਰ ਨਿਯੁਕਤ ਹੋਇਆ। ਖਾਨ ਬਹਾਦਰ ਪਿੱਛੋਂ ਜਈਆ ਖਾਨ ਦੀ ਸਿੱਖ ਦਮਨ ਨੀਤੀ। ਲਖਪਤ ਰਾਏ ਨੂੰ ਜਦ ਭਰਾ ਦੇ ਸਿੰਘਾਂ ਨਾਲ ਲੜਦਿਆਂ ਮਾਰੇ ਜਾਣ ਦੀ ਖਬਰ ਮਿਲੀ ਤਾਂ ਹੋਸ਼ ਹਵਾਸ ਖੋ ਬੈਠਾ। ਰੋਂਦਾ ਪਿੱਟਦਾ ਜਈਆ ਖਾਨ ਪਾਸ ਜਾ ਕੇ ਪੱਗ ਲਾ ਕੇ ਉਸ ਦੇ ਅੱਗੇ ਭੁੰਜੇ ਸੁੱਟ ਕੇ ਕਿਹਾ, ਇਹ ਹੁਣ ਤੁਹਾਡੇ ਬਣਾਇਆ ਹੀ ਬੰਨਾਂਗਾ ਤੇ ਬੰਨਾਂਗਾ ਸਿੱਖਾਂ ਦਾ ਜਹਾਨ ਤੋਂ ਤਲਾ ਮੂਲ ਪੁੱਟ ਕੇ ਹੀ। ਜਈਆ ਖਾਨ ਨੂੰ ਹੋਰ ਕੀ ਚਾਹੀਦਾ ਸੀ। ਉਸ ਨੇ ਹਰ ਤਰ੍ਹਾਂ ਦੀ ਇਮਦਾਦ ਦਾ ਭਰੋਸਾ ਦਿਵਾਇਆ ਕਿ ਮੈਂ ਤਾਂ ਖੁਦ ਇਹੋ ਚਾਹੁੰਦਾ, ਜੇ ਤੂੰ ਇਸ ਦਾ ਬੀੜਾ ਚੁੱਕਿਆ ਹੈ ਤਾਂ ਹੋਰ ਕੀ ਚਾਹੀਦਾ। ਮੂੰਹੋਂ ਮੰਗ ਕੇ ਫੌਜ ਤੇ ਸਹਾਇਤਾ ਲਓ। ਗੁੱਸੇ ਵਿੱਚ ਇਨਸਾਨ ਅੱਧਾ ਪਾਗਲ ਹੋ ਜਾਂਦਾ। ਕ੍ਰੋਧ ਦੀ ਅੱਗ ਵਿੱਚ ਮੱਚਦੇ ਨੇ ਇਹ ਕਸਮ ਖਾ ਲਈ ਸੀ ਕਿ ਹੁਣ ਸਿੱਖ ਪੰਥ ਦਾ ਮੁਕੰਮਲ ਖਾਤਮਾ ਕਰਕੇ ਹੀ ਦਮ ਲਵਾਂਗਾ। ਉਹ ਆਪਣੀ ਗਲਤ ਸੋਚ ਕਰਕੇ ਸਮਝਦਾ ਸੀ ਕਿ ਮੇਰੀ ਨਰਮੀ ਕਰਕੇ ਹੀ ਸਿੱਖ ਹੁਣ ਤੱਕ ਬਚੇ ਹੋਏ ਹਨ, ਨਹੀਂ ਤਾਂ ਜੇ ਮੈਂ ਮਿਟਾਉਣੇ ਚਾਹਾਂ ਤੇ ਇਹ ਬਚ ਨਹੀਂ ਸਕਦੇ। ਹੰਕਾਰ 'ਚ ਅੰਨੇ ਹੋਏ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਇੱਕ ਖੱਤਰੀ ਨੇ ਹੀ ਇਹ ਉਸ ਟੰਡ ਚਲਾਇਆ ਸੀ
ਤੇ ਹੁਣ ਇੱਕ ਖੱਤਰੀ ਦੇ ਹੱਥੋਂ ਹੀ ਮੁੱਕੇਗਾ। ਉਸ ਟੰਡ ਦਾ ਭਾਵ ਹੁੰਦਾ ਪੰਥ। ਲਖਪਤ ਰਾਏ ਨੇ ਆਪਣੇ ਬੋਲ ਭਗਾਉਣ ਲਈ ਜਹੀਆ ਖਾਨ ਪਾਸੋਂ ਸਿੱਖਾਂ ਦੀ ਇੱਕ ਵਾਢਿਓਂ ਕਤਲੇਆਮ ਦਾ ਹੁਕਮ ਲੈ ਲਿਆ। ਲਾਹੌਰ ਸ਼ਹਿਰ ਤੇ ਪਿੰਡਾਂ ਵਿੱਚ ਡੌਂਡੀ ਪਟਵਾ ਦਿੱਤੀ ਕਿ ਜਿੱਥੇ ਵੀ ਕੋਈ ਸਿੱਖ ਮਿਲੇ ਫੌਰਨ ਥਾਂ ਤੇ ਹੀ ਮਾਰ ਦਿੱਤਾ ਜਾਵੇ। ਉਸ ਦਾ ਘਰ ਘਾਟ ਮਾਰਨ ਵਾਲੇ ਦਾ ਹੀ ਹੋਵੇਗਾ। ਜਿਹੜਾ ਵੀ ਗੁਰੂ ਗੋਬਿੰਦ ਸਿੰਘ ਦਾ ਨਾਮ ਲਵੇ ਉਸ ਨੂੰ ਤੁਰੰਤ ਕਤਲ ਕੀਤਾ ਜਾਵੇ। ਸਿੱਖਾਂ ਦੇ ਸਿਰਾਂ ਦਾ ਇਨਾਮ ਦਿੱਤਾ ਜਾਵੇਗਾ। ਸਾਰੇ ਪੰਜਾਬ ਵਿੱਚ ਸਿੱਖਾਂ ਦਾ ਕਤਲੇਆਮ ਸ਼ੁਰੂ ਹੋ ਗਿਆ। ਹੁਣ ਤੀਕ ਤਾਂ ਸਿਰਫ ਖਾੜਕੂ ਸਿੰਘਾਂ ਨੂੰ ਹੀ ਕਤਲ ਕੀਤਾ ਜਾਂਦਾ ਸੀ, ਪਰ ਲਖਪਤ ਰਾਏ ਨੇ ਸਿੱਖਾਂ ਦਾ ਕਤਲੇਆਮ ਵੀ ਆਰੰਭ ਕਰ ਦਿੱਤਾ। ਇਸ ਹੁਕਮ ਦਾ ਸਾਰੇ ਇਸ਼ਤਿਹਾਰ ਫੇਰ ਦਿੱਤਾ ਕਿ ਕੋਈ ਆਦਮੀ ਗੁੜ ਨਾ ਕਹੇ ਭੇਲੀ ਕਹੇ, ਕਿਉਂ ਜੋ ਗੁੜ ਕਹਿਆਂ ਗੁਰੂ ਚੇਤੇ ਆਉਂਦਾ। ਇਸੇ ਤਰ੍ਹਾਂ ਗੁਰੂ ਗ੍ਰੰਥ ਨਾ ਕਹੇ ਪੋਥੀ ਕਹੇ। ਗੁਰਦੁਆਰੇ ਢਾਹ ਦਿੱਤੇ। ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਤੇ ਸੈਂਚੀਆਂ ਖੂਹਾਂ ਵਿੱਚ ਸੁੱਟਵਾ ਦਿੱਤੀਆਂ, ਸਾੜੀਆਂ ਵੀ ਗਈਆਂ। ਜਿੱਥੇ ਵੀ ਕਿਤੇ ਕੋਈ ਸਿੱਖੀ ਦਾ ਚਿੰਨ੍ਹ ਨਜ਼ਰ ਆਇਆ ਖਤਮ ਕਰ ਦਿੱਤਾ ਗਿਆ। ਇਹ ਕਤਲੇਆਮ ਸਭ ਤੋਂ ਪਹਿਲਾਂ ਲਾਹੌਰੋਂ ਆਰੰਭ ਹੋਇਆ। ਜਿੰਨੇ ਸਿੱਖ ਸਰਕਾਰੀ ਚਾਕਰੀ ਵਿੱਚ ਸਨ ਸਭ ਫੜ ਲਏ ਗਏ। ਇਨ੍ਹਾਂ ਵਿੱਚ ਹੀ ਲਾਹੌਰ ਦਾ ਕੋਤਵਾਲ ਸਰਦਾਰ ਸੁਬੇਗ ਸਿੰਘ ਜੰਬਰ ਤੇ ਉਸ ਦਾ ਪੁੱਤਰ ਸ਼ਹਿਬਾਜ਼ ਸਿੰਘ ਫੜ ਮੰਗਵਾਏ। ਲਾਹੌਰ ਵਿੱਚ ਰਹਿੰਦੇ ਹੋਰ ਗੁਰਮੁਖ ਸਿੱਖ ਜਿਨ੍ਹਾਂ ਉੱਤੇ ਜ਼ਕਰੀਆ ਖਾਨ ਦਾ ਜਹੀਆ ਖਾਨ ਦੀ ਸਰਕਾਰ ਨੇ ਕਦੀ ਵੀ ਸ਼ੱਕ ਨਹੀਂ ਸੀ ਕੀਤਾ, ਸਭ ਫੜ ਲਏ ਗਏ। ਦਲ ਖਾਲਸਾ ਦੇ ਜੰਗੀ ਸਿੰਘ ਤਾਂ ਸਰਕਾਰ ਵੱਲੋਂ ਬਾਗੀ ਸਮਝੇ ਜਾਂਦੇ ਤੇ ਕਤਲ ਹੁੰਦੇ ਰਹੇ, ਪਰ ਇਸ ਵਾਰ ਤਾਂ ਸਿੱਖ ਹੋਣਾ ਹੀ ਜੁਰਮ ਕਰਾਰ ਕਰ ਦਿੱਤਾ ਗਿਆ ਤੇ ਬਾਗੀਆਂ ਵਾਂਗ ਕਤਲ ਦਾ ਹੁਕਮ। ਜਾਨ ਬਚਾਉਣ ਦਾ ਇੱਕੋ ਇੱਕ ਢੰਗ ਸੀ ਕਿ ਇਸਲਾਮ ਧਾਰਨ ਕਰ ਲਿਆ ਜਾਵੇ, ਪਰ ਜਾਨ ਨਾਲੋਂ ਧਰਮ ਪਿਆਰਾ ਸਮਝਣ ਵਾਲੇ ਕਦ ਇਸ ਰਾਏ ਪੈਂਦੇ ਸਨ। ਸੋ ਫੜੇ ਹੋਏ ਸਿੱਖਾਂ ਦੇ ਕਤਲ ਦਾ ਹੁਕਮ ਲਖਪਤ ਰਾਏ ਵੱਲੋਂ ਦਿੱਤਾ ਗਿਆ। ਸ਼ਹਿਰ ਦੀਆਂ ਨਾਮਵਰ ਹਸਤੀਆਂ ਜਿਵੇਂ ਦੀਵਾਨ ਕੌੜਾ ਮੱਲ, ਕੁੰਜਾਹੀ ਮੱਲ, ਕਸ਼ਮੀਰੀ ਮੱਲ ਖੁਰਾਣਾ, ਦੀਵਾਨ ਲੱਛੀ ਰਾਮ, ਦੀਵਾਨ ਸੂਰਤ ਸਿੰਘ, ਹਰੀ ਮੱਲ, ਹਰੀ ਸਿੰਘ, ਗੁਲਜ਼ਾਰ ਸਿੰਘ ਤੇ ਭਾਈ ਦੇਸ ਰਾਜ ਸਮੇਤ ਸ਼ਹਿਰ ਦੇ ਬਹੁਤ ਸਾਰੇ ਸਾਧੂ ਸੰਤ ਤੇ ਪੀਰ ਫਕੀਰ ਲਖਪਤ ਰਾਏ ਪਾਸ ਮੇਲਾ ਬਣਾ ਕੇ ਆਏ ਕਿ ਤੂੰ ਇਹਨਾਂ ਬਦੋਸ਼ੇ ਸਿੰਘਾਂ ਨੂੰ ਕਿਉਂ ਮਾਰਨਾ। ਇਹ ਤਾਂ ਬਿਲਕੁਲ ਅਮਨ ਪਸੰਦ ਲੋਕ ਹਨ ਤੇ ਧਰਮ ਦੀ ਕਿਰਤ ਕਰਕੇ ਗੁਜ਼ਰਾਨ ਕਰਦੇ ਹਨ। ਇਹਨਾਂ ਨੂੰ ਮੁਆਫ ਕਰਕੇ ਛੱਡ ਦਿੱਤਾ ਜਾਵੇ। ਇਹਨਾਂ ਬਦੋਸ਼ਿਆਂ ਨੂੰ ਮਾਰਨ ਦਾ ਉਹ ਪੱਧਰ ਨਾ ਕਰ। ਜਿਨ੍ਹਾਂ ਤੇਰਾ ਭਰਾ ਮਾਰਿਆ ਹੈ ਉਹਨਾਂ ਨਾਲ ਜਿਵੇਂ ਮਰਜ਼ੀ ਕਰ ਲੈ। ਪਰ ਉਸਨੇ ਇੱਕ ਨਾ ਮੰਨੀ ਤੇ ਸਭ ਨੂੰ ਕਤਲ ਕਰਵਾ ਦੇਣ ਦਾ ਹੁਕਮ ਅਟਲ ਰੱਖਿਆ। ਇਸ ਸਮੇਂ ਭਾਈ ਪਿਰਥੀ ਜੀ ਦੀ ਥਾਂ ਭਾਈ ਭਗਤ ਜੀ ਗੱਦੀ ਤੇ ਸਨ। ਲੋਕਾਂ ਨੂੰ ਫੁਰਿਆ ਅਤੇ ਲਖਪਤ ਰਾਏ ਦੇ ਗੁਰੂ ਭਾਈ ਜਗਤ ਭਗਤ ਮਾਨਕ ਵਾਲੇ ਨੂੰ ਜਾ ਕਿਹਾ ਕਿ ਲਖਪਤ ਰਾਏ ਫੜੇ ਹੋਏ ਸਿੱਖਾਂ ਨੂੰ ਚੇਤ ਦੀ ਸੋਮਾਵਤੀ ਮੱਸਿਆ ਵਾਲੇ ਦਿਨ ਮਰਵਾ ਦੇਣਾ ਚਾਹੁੰਦਾ ਹੈ ਅਤੇ ਉਹਨਾਂ ਨੂੰ ਆਪਣੇ ਨਾਲ ਲੈ ਆਏ। ਲਾਹੌਰ ਵਾਸੀਆਂ ਨੇ ਭਾਈ ਜੀ ਦੀ ਜ਼ੁਬਾਨੀ ਲਖਪਤ ਰਾਏ ਨੂੰ ਇਸ ਘੋਰ ਪਾਪ ਤੋਂ ਵਰਜਣਾ ਚਾਹਿਆ, ਪਰ ਲਖਪਤ ਰਾਏ ਜੋ ਲੋਹੇ ਦਾ ਥਣ ਬਣਿਆ ਹੋਇਆ ਸੀ ਕਦ ਇਹਨਾਂ ਦੀ ਮੰਨਣ ਵਾਲਾ ਸੀ। ਸਗੋਂ ਅੱਗੋਂ ਸੰਤਾਂ ਨੂੰ ਬੜੀ ਕਠੋਰਤਾ ਨਾਲ ਕਹਿਣ ਲੱਗਾ ਕਿ ਤੁਹਾਨੂੰ ਇਹਨਾਂ ਗੱਲਾਂ ਦਾ ਕੀ ਪਤਾ ਹੈ, ਤੁਸੀਂ ਡੇਰੇ ਹੀ ਬੈਠਿਆ ਕਰੋ। ਜਦ ਉਹਨਾਂ ਦੀ ਇਹ ਵੀ ਨਾ ਮੰਨੀ ਕਿ ਘੱਟ ਤੋਂ ਘੱਟ ਇਹਨਾਂ ਨੂੰ ਸੋਮਾਮਤੀ ਮੱਸਿਆ ਵਾਲੇ ਦਿਨ ਨਾ ਮਾਰੋ, ਉਸ ਨੇ ਇਹ ਵੀ ਠੁਕਰਾ ਦਿੱਤਾ ਤੇ ਆਕੜ ਨਾਲ ਹੀ ਬੋਲਿਆ ਤਾਂ ਸੰਤਾਂ ਕਿਹਾ, ਅੱਛਾ ਜਿਸ ਪਾਣੀਓਂ ਉੱਗੀ ਹੈ ਉਸੇ ਪਾਣੀ ਮਾਰਾਂਗੇ, ਅਤੇ ਆਪ ਮਾਣਕ ਨੂੰ ਵਾਪਸ ਮੁੜ ਗਏ। ਲਾਹੌਰ ਸ਼ਹਿਰ 'ਚ ਫੜੇ ਹੋਏ ਸਾਰੇ ਸਿੱਖ ਚੇਤ ਸੋਮਾਵਤੀ ਅਮਾਵਸ 10 ਮਾਰਚ 1746 ਈਸਵੀ ਮੁਤਾਬਕ 13 ਚੇਤ 1802 ਬਿਕਰਮੀ ਦੇ ਦਿਨ ਨਖਾਸ ਚੌਂਕ ਸ਼ਹੀਦਗੰਜ ਵਿੱਚ ਕਤਲ ਕਰਾ ਦਿੱਤੇ ਗਏ। ਇਸ ਤੋਂ ਬਿਨਾਂ ਲਖਪਤ ਰਾਏ ਨੇ ਹੁਕਮ ਦੇ ਕੇ ਪ੍ਰਬੰਧ ਕੀਤਾ ਹੋਇਆ ਸੀ ਕਿ ਇਸ ਸੋਮਾਵਤੀ ਮੱਸਿਆ ਵਾਲੇ ਦਿਨ ਬਹੁਤ ਲੋਕ ਇਸ਼ਨਾਨ ਕਰਨ ਆਉਣਗੇ, ਉਹਨਾਂ ਵਿੱਚੋਂ ਸਾਰੇ ਸਿੱਖ ਫੜ ਕੇ ਮਾਰ ਦਿੱਤੇ ਜਾਣ। ਇਸ ਤੋਂ ਬਿਨਾਂ ਉਸ ਨੇ ਪੁਲਿਸ ਤੇ ਫੌਜ ਭੇਜ ਕੇ ਪਿੰਡਾਂ 'ਚੋਂ ਵਿਸਰ ਭੋਲੇ ਬੈਠੇ ਸਿੱਖ ਟੱਬਰਾਂ ਸਮੇਤ ਫੜ ਮੰਗਵਾਏ ਤੇ ਨਖਾਸ ਚੌਂਕ ਵਿੱਚ ਸਭ ਮੌਤ ਦੇ ਘਾਟ ਉਤਾਰ ਦਿੱਤੇ ਗਏ। ਇਸ ਤਰ੍ਹਾਂ ਲਾਹੌਰ ਤੇ ਸਾਰੇ ਮਾਝੇ ਵਿੱਚ ਕੋਈ ਸਿੱਖ ਅਖਾਉਣ ਵਾਲਾ ਨਾ ਰਿਹਾ। ਜੋ ਕੋਈ ਪਹਿਲਾਂ ਸੂਹ ਮਿਲਣ ਕਰਕੇ ਬਚ ਨਿਕਲਿਆ, ਜੰਗਲੀ ਝੱਲੀ ਜਾ ਲੁਕਿਆ। ਭੂਰਿਆਂ ਵਾਲੇ ਰਾਜੇ ਕੀਤੇ ਲੇਖਕ
ਪ੍ਰਿੰਸੀਪਲ ਸਵਰਨ ਸਿੰਘ ਚੂਸਲੇਵਾੜ, ਆਵਾਜ਼ ਭਾਈ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।